ਅਸਤੀਫਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ 19 ਜੁਲਾਈ ਵਾਲੇ ਦਿਨ ਹੀ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਦੇ ਦਿੱਤਾ ਗਿਆ, ਜਿਸ ਦੀ ਭਾਫ 7 ਦਿਨ ਬਾਅਦ ਯਾਨੀ ਕਿ ਅੱਜ ਨਿਕਲੀ ਹੈ। ਹਾਲਾਂਕਿ ਵਿਨੋਦ ਕਈ ਨਵੇਂ ਪੰਜਾਬ ਦੇ ਏਜੀ ਹੋਣਗੇ, ਜਿਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਾਡੀ ਟੀਮ ਨੇ ਵਿਨੋਦ ਕਈ ਨਾਲ ਗੱਲਬਾਤ ਵੀ ਕੀਤੀ, ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਸਰਕਾਰ ਨੇ ਉਹਨਾਂ ਸਾਹਮਣੇ ਪਾਲਿਸੀਜ਼ ਰੱਖੀਆਂ, ਜਿਨ੍ਹਾਂ ਪਾਲਿਸੀਆਂ ਤੋਂ ਖੁਸ਼ ਹੋ ਕੇ ਉਹ ਵੱਡਾ ਅਹੁਦਾ ਸੰਭਾਲ ਰਹੇ ਨੇ। ਪਰ ਅਹਿਮ ਸਵਾਲ ਇੱਥੇ ਇਹ ਹੈ ਕਿ 4 ਮਹੀਨਿਆਂ ਦੇ ਦਰਮਿਆਨ ਵੱਡੇ ਪੱਧਰ ਤੇ ਫੇਰ ਬਦਲ ਕੀ ਸਰਕਾਰ ਲਈ ਜ਼ਰੂਰੀ ਸੀ ਜਾਂ ਮਜਬੂਰੀ ਸੀ, ਇਸ ਵਿਸ਼ੇ ਤੇ ਅਸੀਂ ਚਰਚਾ ਕਰਨ ਜਾ ਰਹੇ ਹਾਂ। और जे इस तरीके नाल चलदा रहा, ये जिहड़ा ट्रस्ट डेफिसिट जिहड़ा एडमिनिस्ट्रेशन और सरकार दे विच चलदा पिया, ये पंजाब नूं तबाही वल ले जाएगा। किरपा करके भगवंत मान जी अपनी अथॉरिटी नूं समझो और सरकार चलाओ और लोगों नाल जिहड़े वादे कीते सी उन्हां नूं पूरा करो। ਤੇ ਵੱਖ-ਵੱਖ ਪਾਰਟੀ ਦੇ ਸਪੋਕਸਪਰਸਨ ਇਸ ਚਰਚਾ ਜੁੜੇ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਅਨਿਲ ਸਰੀਨ ਜੀ ਭਾਰਤੀ ਜਨਤਾ ਪਾਰਟੀ ਤੋਂ ਸਾਡੇ ਨਾਲ ਇਸ ਚਰਚਾ 'ਚ ਹਾਜ਼ਰ ਰਹਿਣਗੇ। ਸਰੀਨ ਸਾਹਿਬ ਸਵਾਗਤ ਹੈ। ਸ਼੍ਰੋਮਣੀ ਸਾਹਿਬ, ਤੁਸੀਂ ਕਿਵੇਂ ਦੇਖ ਰਹੇ ਹੋ ਇਸ ਫੇਰ ਬਦਲ ਨੂੰ? ਇਹ ਜ਼ਰੂਰੀ ਸੀ ਜਾਂ ਫਿਰ ਮਜਬੂਰੀ ਲੱਗ ਰਿਹਾ ਤੁਹਾਨੂੰ? ਇਹ ਦੁਖਦਾਈ ਹੈ ਕਿ ਜਿਸ ਤਰੀਕੇ ਨਾਲ ਇਹ ਪੰਜਾਬ ਦੀ ਸਰਕਾਰ ਚੱਲ ਰਹੀ ਹੈ, ਸਰਕਾਰ ਦਾ ਅਫਸਰਾਂ ਤੇ ਵਿਸ਼ਵਾਸ ਨਹੀਂ, ਅਫਸਰਾਂ ਦਾ ਸਰਕਾਰ ਤੇ ਵਿਸ਼ਵਾਸ ਨਹੀਂ। ਜਦੋਂ ਸਰਕਾਰ ਔਰ ਆਫੀਸਰਸ, ਯਾਨੀ ਕਿ ਸਰਕਾਰ ਦਾ ਮੇਰਾ ਭਾਵ ਹੈ ਕਿ ਮਿਨਿਸਟਰਸ ਐਂਡ देयर ਆਮ ਆਦਮੀ ਪਾਰਟੀ, ਜਦੋਂ ਟਰਸਟ ਡੈਫਿਸਿਟ ਹੋਏਗਾ ਤੇ ਪ੍ਰਦੇਸ਼ ਦਾ ਭਲਾ ਨਹੀਂ ਹੋ ਸਕਦਾ, ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਦੇਖੋ, ਪਹਿਲਾਂ ਚੀਫ ਸੈਕਟਰੀ ਦਾ ਬਦਲਿਆ ਜਾਣਾ, ਉਹਦੇ ਬਾਅਦ ਡੀਜੀਪੀ ਦਾ ਆਪ ਛੁੱਟੀ ਮੰਗ ਜਾਣਾ ਕਿ ਜੀ ਮੈਂ ਇਹਨਾਂ ਨਾਲ ਕੰਮ ਨਹੀਂ ਕਰ ਸਕਦਾ, ਮੈਨੂੰ ਸੈਂਟਰ 'ਚ ਭੇਜ ਦਿਓ। ਔਰ ਉਹਦੇ ਬਾਅਦ ਹੁਣ 3 ਮਹੀਨੇ ਦੇ ਵਿੱਚ ਏਜੀ ਸਾਹਿਬ ਦਾ ਵੀ ਇਸਤੀਫਾ ਆ ਜਾਣਾ ਕਿ ਜੀ ਮੈਂ ਪਰਸਨਲ ਰੀਜ਼ਨਸ, ਆਪਾਂ ਸਾਰੇ ਸਮਝਦੇ ਕਿ ਪਰਸਨਲ ਰੀਜ਼ਨਸ ਇੱਕ ਡਿਗਨੀਫਾਈਡ ਤਰੀਕਾ ਹੁੰਦਾ ਸਰਕਾਰ ਨੂੰ ਨਮਸਤੇ ਕਹਿਣ ਦਾ ਕਿ ਜੀ ਮੈਂ ਤੁਹਾਡੇ ਨਾਲ ਨਹੀਂ ਚੱਲ ਸਕਦਾ, ਮੈਂ ਤੁਹਾਡੇ ਨਾਲ ਨਹੀਂ ਕੱਟ ਸਕਦਾ, ਮੇਰੀ ਨਮਸਤੇ, ਮੈਂ ਜਿਹੜਾ ਹੈਗਾ। ਔਰ ਇੱਕ ਡਿਗਨੀਫਾਈਡ ਤਰੀਕਾ ਹੁੰਦਾ ਕਿ ਪਰਸਨਲ ਰੀਜ਼ਨਸ ਕਰਕੇ ਬੰਦਾ ਇਸਤੀਫਾ ਦੇ ਦਿੰਦਾ ਹੈ। ਸਵਾਲ ਇਹ ਹੈ ਕਿ ਇਹ ਸਥਿਤੀ ਕਿਉਂ ਪੈਦਾ ਹੋ ਰਹੀ ਹੈ? ਇੱਕ ਚੀਜ਼ ਨੂੰ ਸਾਨੂੰ ਸਮਝਣਾ ਪਏਗਾ ਕਿ ਚਾਹੇ ਕੋਈ ਸਰਕਾਰ ਹੋਵੇ, ਜਿਹੜੀ ਬਿਊਰੋਕ੍ਰੇਸੀ ਹੈ, ਚਾਹੇ ਉਹ ਪੁਲਿਸ ਐਡਮਿਨਿਸਟ੍ਰੇਸ਼ਨ ਹੈ, ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਹੈ, ਔਰ ਚਾਹੇ ਸਾਡਾ ਏਜੀ ਆਫਿਸ ਹੈ, ਉਹ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰਦਾ ਹੈ। ਸਵਾਲ ਇਹ ਹੈ ਕਿ ਇਸ ਨੂੰ ਡਾਇਰੈਕਸ਼ਨ ਕੌਣ ਦੇਗਾ? ਮੁੱਖ ਮੰਤਰੀ ਦਾ ਆਫਿਸ ਕਨਸਟੀਟਿਊਸ਼ਨਲ ਆਫਿਸ ਹੈ। ਬਿਊਰੋਕ੍ਰੇਸੀ ਨੇ, ਪੁਲਿਸ ਨੇ ਕਿਸ ਦਿਸ਼ਾ 'ਚ ਜਾਣਾ ਹੈ, ਉਹਨੂੰ ਡਾਇਰੈਕਸ਼ਨਸ ਦੇਣੀਆਂ ਚੀਫ ਮਿਨਿਸਟਰ ਦਾ ਕੰਮ ਹੁੰਦਾ ਹੈ। ਔਰ ਚੀਫ ਮਿਨਿਸਟਰ ਦੇ ਇਸ਼ਾਰੇ ਨੂੰ ਸਮਝ ਕੇ ਹੀ ਐਡਮਿਨਿਸਟ੍ਰੇਸ਼ਨ ਚੱਲਦੀ ਹੈ, ਉਹਦੇ ਆਦੇਸ਼ਾਂ ਤੋਂ ਹੀ ਚੱਲਦੀ ਹੈ। ਲੇਕਿਨ ਪੰਜਾਬ ਦੀ ਸਮੱਸਿਆ ਇਹ ਹੈ ਕਿ ਇੱਥੇ ਐਕਸਟਰਾ ਕੰਸਟੀਟਿਊਸ਼ਨਲ ਅਥਾਰਟੀਜ਼ ਕੰਮ ਕਰਦੀਆਂ ਪਈਆਂ ਨੇ। ਰਾਘਵ ਚੱਡਾ ਜੀ ਅਲੱਗ ਕੰਮ ਕਰਦੇ ਪਏ ਨੇ, ਕੇਜਰੀਵਾਲ ਜੀ ਅਲੱਗ ਕੰਮ ਕਰਦੇ ਪਏ ਨੇ, ਜਿਨ੍ਹਾਂ ਦੇ ਕੋਲ ਕੋਈ ਪਾਵਰ ਹੀ ਹੈ ਨਹੀਂ, ਔਰ ਡਾਇਰੈਕਸ਼ਨ ਉਹਨਾਂ ਕੋਲ ਆ ਰਹੀਆਂ ਨੇ। ਹੁਣ ਮੈਨੂੰ ਇੱਕ ਚੀਜ਼ ਦੱਸੋ, ਭਗਵੰਤ ਮਾਨ ਜੀ ਕੋਲ ਤਾਂ ਕੋਈ ਪਾਵਰ ਹੈ ਨਹੀਂ ਡਾਇਰੈਕਸ਼ਨ ਦੇਣ ਦੀ। ਹੁਣ ਡਾਇਰੈਕਸ਼ਨ ਦੇਣਗੇ ਰਾਘਵ ਚੱਡਾ, ਡਾਇਰੈਕਸ਼ਨ ਦੇਣਗੇ ਕੇਜਰੀਵਾਲ, ਸਰਕਾਰ ਚਲਾਣਗੇ 2 ਜਾਣੇ ਹੋਰ ਦਿੱਲੀ ਦੇ ਜਿਹੜੇ ਇਹਨਾਂ ਦੇ ਬੰਦੇ ਆ ਕੇ ਬਿਠਾਏ ਹੋਏ ਹਰ ਇੱਕ ਮੰਤਰੀ ਦੇ ਨਾਲ OSD ਲਾ ਕੇ। ਤੇ ਮੈਨੂੰ ਦੱਸੋ ਕਿਹੜਾ ਅਫਸਰ ਕੰਮ ਕਰ ਲੇਗਾ ਜੀ? ਬਿਕੋਜ਼ ਜੇ ਚੀਫ ਮਿਨਿਸਟਰ ਕੋਈ ਗੱਲ ਕਹਿੰਦਾ ਹੈਗਾ, ਉਹ ਆਪਣੀ ਰਾਈਟਿੰਗ 'ਚ ਆਰਡਰ ਵੀ ਕਰਦਾ ਹੈ, ਉਹ ਉਸ ਨੂੰ ਕੰਮ ਨੂੰ ਅਫਸਰ ਜ਼ਿੰਮੇਵਾਰੀ ਨਾਲ ਕਰਦੇ ਨੇ ਕਿ ਵੀ ਸਾਡੇ ਚੀਫ ਮਿਨਿਸਟਰ ਨੇ ਕਿਹਾ। ਜਿਹੜੇ ਐਕਸਟਰਾ ਕੰਸਟੀਟਿਊਸ਼ਨਲ ਅਥਾਰਟੀਜ਼ ਵਾਲੇ ਉਹਨਾਂ ਨੂੰ ਡਾਇਰੈਕਸ਼ਨ ਦਿੰਦੇ ਨੇ ਕਿ ਅੱਜ ਆਹ ਕਰ ਲਓ, ਕੱਲ ਉਹ ਕਰ ਲਓ, ਤੇ ਉਹ ਕਿਵੇਂ ਕਰਨਗੇ? ਕੱਲ ਨੂੰ ਉਹਦੀ ਜਵਾਬਦੇਹੀ ਕਿਹਦੀ ਫਿਕਸ ਹੋਏਗੀ? ਰਿਸਪੌਂਸਿਬਿਲਿਟੀ ਕਿਹਦੀ ਹੈ? ਜੇ ਉਹ ਕੋਈ ਕੰਮ ਕਰਦੇ ਆ ਉਹਨਾਂ ਨੂੰ ਟੰਗ ਦਿਓ, ਨਹੀਂ ਕਰਦੇ ਤੇ ਉਹਨਾਂ ਦੀਆਂ ਬਦਲੀਆਂ ਕਰ ਦਿਓ। ਤੁਸੀਂ ਅੰਦਾਜ਼ਾ ਲਾਓ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ, ਮੈਂ ਅੱਜ ਦੇਖ ਰਿਹਾ ਸੀਗਾ ਤੁਹਾਡੇ ਚੈਨਲ ਤੋਂ ਆਉਣ ਤੋਂ ਪਹਿਲਾਂ ਲਿਸਟ, ਸ਼ਾਇਦ ਹੀ ਕੋਈ ਐਸਾ ਦਿਨ ਗਿਆ ਹੋਵੇਗਾ ਜਿੱਦਣ ਟ੍ਰਾਂਸਫਰਾਂ ਦੀ ਲਿਸਟ ਨਹੀਂ ਆਉਂਦੀ। ਅੱਜ ਇੱਕ ਲਿਸਟ ਆਉਂਦੀ ਹੈ, 2 ਦਿਨ ਬਾਅਦ ਉਸ ਦੇ ਉਹੀ ਜਿਹੜੇ ਬੰਦੇ ਟ੍ਰਾਂਸਫਰ ਕੀਤੇ ਹੁੰਦੇ ਨੇ ਉਹਨਾਂ ਦੇ ਫਿਰ ਫਰਦਰ ਟ੍ਰਾਂਸਫਰ ਦੀ ਲਿਸਟ ਆ ਜਾਂਦੀ ਹੈ। ਕਿਆ ਤਮਾਸ਼ਾ ਹੈ? ਕਿਆ ਇਸ ਤਰ੍ਹਾਂ ਸਰਕਾਰਾਂ ਚੱਲਦੀਆਂ ਨੇ? ਤੁਸੀਂ ਜੇ ਕਿਸੇ ਆਫੀਸਰ ਦੇ ਟ੍ਰਾਂਸਫਰ ਕਿਸੇ ਡਿਪਾਰਟਮੈਂਟ ਸਮਝਦੇ ਹੋ ਕਿ ਫਲਾਣਾ ਆਫੀਸਰ ਫਲਾਣੇ ਡਿਪਾਰਟਮੈਂਟ ਦੇ ਜ਼ਿਆਦਾ ਅੱਛਾ ਸਾਨੂੰ ਉਪਯੋਗੀ ਹੋ ਸਕਦਾ ਹੈ, ਤੁਸੀਂ ਉਹਦੀ ਟ੍ਰਾਂਸਫਰ ਕਰਦੇ ਹੋ, ਚੌਥੇ ਦਿਨ ਫਿਰ ਉਹਨੂੰ ਬਦਲ ਦਿਓ। ਇਹਦਾ ਮਤਲਬ ਜਾਂ ਤਾਂ ਉਹਨੂੰ ਨਲਾਇਕ ਸਮਝ ਲਿਆ ਜਾਂ ਤੁਸੀਂ ਨਲਾਇਕ ਹੋ। ਮੈਂ ਹੁਣ ਦੇਖ ਰਿਹਾ 21 ਜੂਨ ਦੇ ਲੇਟੈਸਟ ਗੱਲ ਕਰਦਾ, 21 ਜੂਨ ਨੂੰ, ਜੁਲਾਈ ਨੂੰ 19 ਪੁਲਿਸ ਅਫਸਰ ਇਹਨਾਂ ਨੇ ਬਦਲੇ। 19 ਚੋਂ 18 ਉਹ ਸੀਗੇ ਜਿਨ੍ਹਾਂ ਨੂੰ 4 ਦਿਨ ਪਹਿਲਾਂ ਇਹਨਾਂ ਨੇ ਬਦਲੀ ਕੀਤੀ ਸੀਗੀ।
क्या पहले जो बदली की उदो माइंड अप्लाई नहीं होया कि फलाने अफसर ਨੂੰ ਅਸੀਂ ਫਲਾਣੀ ਤਾਂ ਡਿਊਟੀ ਦੇ ਰਹੇ ਆ ਤੇ ਉਸ ਕਾਬਲ ਹੈ ਜਾਂ ਨਹੀਂ ਹੈ ਜੀ क्या ਇਹ ਪੋਲੀਟੀਕਲ ਇੰਟਰਫੇਰੈਂਸ ਨਹੀਂ ਕੀ ਬਦਲੀਆਂ ਦੇ ਵਿੱਚ ਇੱਕ ਪਾਸੇ ਸਰਕਾਰ ਕਹਿੰਦੀ ਸਾਡੀ ਕੋਈ ਪੋਲੀਟੀਕਲ ਇੰਟਰਫੇਰੈਂਸ ਨਹੀਂ ਹੈਗੀ ਔਰ ਜਲੰਧਰ ਦੇ ਏਸੀਪੀ ਨੂੰ ਇਸ ਕਰਕੇ ਬਦਲ ਦਿੱਤਾ ਕਿ ਉੱਥੇ ਦੇ ਐਮਐਲਏਸ ਦੇ ਖਿਲਾਫ ਉਹਨੇ ਪਰਚਾ ਦਰਜ ਕੀਤਾ ਸੀਗਾ ਜੀ ਫਿਰ ਕਹਿੰਦੇ ਅਸੀਂ ਪੋਲੀਟੀਕਲ ਇੰਟਰਫੇਰੈਂਸ ਨਹੀਂ ਹੈਗੀ ਮੈਂ ਇਹ ਕਹਿ ਰਿਹਾ ਹੈਗਾ ਕਿ ਇਹ ਸਾਰਾ ਜਿਹੜਾ ਇਸ ਵੇਲੇ ਸਿਸਟਮ ਚੱਲਦਾ ਪਿਆ ਹੈਗਾ ਇਹ ਸਰਕਾਰ ਜਿਹੜਾ ਐਡਮਿਨਿਸਟ੍ਰੇਸ਼ਨ ਹੈਗੀ ਕੋਲੈਪਸ ਹੋ ਰਹੀ ਹੈ ਟਰਸਟ ਡੈਫਿਸਿਟ ਬਹੁਤ ਵੱਡਾ ਇੱਕ ਖੜਾ ਹੋ ਰਿਹਾ ਹੈ ਔਰ ਇਸ ਤਰੀਕੇ ਨਾਲ ਸਰਕਾਰਾਂ ਨਹੀਂ ਚੱਲਦੀਆਂ ਭਗਵੰਤ ਮਾਨ ਜੀ ਨੂੰ ਮੇਰੀ ਬੇਨਤੀ ਹੈ ਤੁਹਾਨੂੰ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦਿੱਤੀਆਂ ਨੇ ਤੁਹਾਨੂੰ ਮੁੱਖ ਮੰਤਰੀ ਦਾ ਪੇਸ਼ ਕੀਤਾ ਸੀ ਇਹਨਾਂ ਨੇ ਜਾਂ ਤੇ ਸਰਕਾਰ ਚਲਾ ਲਓ ਤੇ ਜਾਂ ਗੋਡੇ ਰਗਣੇ ਬੰਦ ਕਰ ਦਿਓ ਦਿੱਲੀ ਵਾਲਿਆਂ ਦੇ ਉਹਨਾਂ ਨੂੰ ਕਹਿੰਦਾ ਆਪਣਾ ਦਿੱਲੀ ਸੰਭਾਲੋ ਪੰਜਾਬ ਮੈਨੂੰ ਚਲਾਉਣ ਦਿਓ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੋਟ ਪਾ ਕੇ ਮੁੱਖ ਮੰਤਰੀ ਬਣਾਇਆ ਰਾਘਵ ਚੱਡੇ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਕੇਜਰੀਵਾਲ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਦਿੱਲੀ ਦਾ ਜੋ ਬੇੜਾ ਗਰਕ ਕਰ ਰਹੇ ਕਰਨ ਦਿਓ ਉਹਨਾਂ ਨੂੰ ਅਸੀਂ ਪੰਜਾਬ ਦਾ ਬੇੜਾ ਗਰਕ ਨਹੀਂ ਹੋਣ ਦੇਣਾ ਉਹਨਾਂ ਕੋਲ ਕੋਈ ਐਕਸਪੀਰੀਅੰਸ ਹੀ ਹੈ ਨਹੀਂ ਔਰ ਸਰਕਾਰ ਉਹ ਚਲਾ ਰਹੇ ਨੇ ਔਰ ਬੜੇ ਦੁੱਖ ਦੀ ਗੱਲ ਹੈ ਕਿ ਕੁੱਗੂ ਬਣ ਕੇ ਬੈਠੇ ਨੇ ਮੁੱਖ ਮੰਤਰੀ ਸਾਹਿਬ ਕਿਸੇ ਮੰਤਰੀ ਕੋਲ ਕੋਈ ਪਾਵਰ ਨਹੀਂ ਜੀ ਜੀ ਜੇ ਠੀਕ ਮੁੱਖ ਮੰਤਰੀ ਕੋਲ ਪਾਵਰ ਨਹੀਂ ਮੰਤਰੀ ਕੋਲ ਕੀ ਹੋਣੀ ਹੈ ਗੱਲ ਕੀ ਕਹਿਣੀ ਉਹਨਾਂ ਦੀ ਸੋ ਇੱਕ ਬੜੀ ਦਇਨੀय ਸਥਿਤੀ ਇਸ ਵੇਲੇ ਸਰਕਾਰ ਦੀ ਬਣੀ ਹੋਈ ਹੈ ਔਰ ਸਾਨੂੰ ਇਹ ਲੱਗਦਾ ਹੈਗਾ ਕਿ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਕੱਲ ਨੂੰ ਪੰਜਾਬ ਦਾ ਕੀ ਬਣੇਗਾ ਜੇ ਇਹੋ ਜਿਹੇ ਨਲਾਇਕਾਂ ਦੇ ਪੱਲੇ ਅਸੀਂ ਪਏ ਰਹੇ ਇਹੋ ਜਿਹੇ ਇਰਰਿਸਪੌਂਸਿਬਲ ਬੰਦਿਆਂ ਦੇ ਪਏ ਰਹੇ ਇਹੋ ਜਿਹੇ ਜਿਹੜੇ ਕਹਿ ਲਈਏ ਕਿ ਕੰਮ ਕਰਨ ਦਾ ਜਦੋਂ ਜਾਂਚ ਨਹੀਂ ਹੈਗੀ ਉਹਨਾਂ ਦੇ ਅਸੀਂ ਜੇ ਪੱਲੇ ਪੈ ਜਾਾਂਗੇ ਤੇ ਸਰਕਾਰ ਪੰਜਾਬ ਤੇ ਇੱਕ ਸੈਂਸਿਟਿਵ ਸਟੇਟ ਹੈ ਬਾਰਡਰ ਸਟੇਟ ਹੈ ਕਿੱਦਾਂ ਚੱਲੇਗੀ ਇੱਕ ਬਹੁਤ ਵੱਡਾ ਪ੍ਰਸ਼ਨ ਇਸ ਸਰਕਾਰ ਦੇ ਉੱਤੇ ਹੈ ਔਰ ਅਨਮੋਲ ਰਤਨ ਦੇ ਅਸਤੀਫੇ ਦੇ ਨਾਲ ਦੇਖੋ ਡੈਮੋਕ੍ਰੇਸੀ ਦੇ ਵਿੱਚ ਸਰਕਾਰ ਨੂੰ ਚਲਾਉਣ ਦੇ 3 ਪਿਲਰਸ ਹੁੰਦੇ ਨੇ ਵਨ ਇਜ਼ ਸਿਵਲ ਐਡਮਿਨਿਸਟ੍ਰੇਸ਼ਨ ਅਦਰ ਇਜ਼ ਪੁਲਿਸ ਐਂਡ ਥਰਡ ਇਜ਼ ਲੀਗਲ ਆਫਿਸਰਸ ਯਾਨੀ ਕਿ ਏਜੀ ਆਫਿਸ ਬਿਲਕੁਲ ਜਿਹੜੇ ਸਵਾਲ ਬਹੁਤ ਵੱਡੇ ਨੇ ਕਿ ਆਖਰਕਾਰ ਸਰਕਾਰ ਕਿਹੜੇ ਪੱਖ ਤੋਂ ਸੋਚ ਰਹੀ ਹੈ ਸਹਿਜ ਪਲ ਬ੍ਰੇਕ ਤੋਂ ਬਾਅਦ ਮੁੜ ਸਵਾਗਤ ਹੈ ਚਰਚਾ ਕਰ ਰਹੇ ਹਾਂ ਕਿ ਫੇਰ ਬਦਲ ਬੜੇ ਜ਼ਰੂਰੀ ਸੀ ਜਾਂ ਫਿਰ ਮਜਬੂਰੀ ਸੀ ਹਾਲਾਂਕਿ ਆਮ ਆਦਮੀ ਪਾਰਟੀ ਇਸ ਚਰਚਾ ਚੋਂ ਮਿਸ ਹੈ ਅਸੀਂ ਅਪਰੋਚ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਸਰੀਨ ਸਾਹਿਬ ਕਿਵੇਂ ਦੇਖ ਰਹੇ ਹੋ ਦੇਖੋ ਚਰਚਾ ਵੱਡੇ ਪੱਧਰ ਤੇ ਇਸ ਕਰਕੇ ਹੋ ਰਹੀ ਹੈ ਕਿ ਖਦਸ਼ੇ ਵਿਰੋਧੀ ਧਿਰਾਂ ਨੂੰ ਇਸ ਕਰਕੇ ਨੇ ਕਿ ਸਰਕਾਰ ਚੱਲੇਗੀ ਕਿਵੇਂ ਜੇਕਰ ਇਹੀ ਹਾਲ ਰਹੇ ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਕਿ ਆਮ ਗੱਲ ਹੈ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਤੁਸੀਂ ਸਾਡੇ ਨਾਲ ਰਹੋ ਉਹ ਸਾਡੀ ਟੀਮ ਦਾ ਹਾਲੇ ਵੀ ਹਿੱਸਾ ਨੇ ਕਿਸ਼ਨ ਜੀ ਇੱਕ ਚੀਜ਼ ਨੂੰ ਸਮਝਣਾ ਪਏਗਾ ਕੋਈ ਵੀ ਵਿਅਕਤੀ ਜਦੋਂ ਸੀਨੀਅਰ ਮੋਸਟ ਐਡਵੋਕੇਟਸ ਦੇ ਵਿੱਚੋਂ ਹੁੰਦਾ ਜਿਹੜਾ ਕਿ ਏਜੀ ਬਣਦਾ ਹੈਗਾ ਜੀ ਔਰ ਜਦੋਂ ਬੰਦਾ ਏਜੀ ਬਣਦਾ ਹੈ ਉਸ ਤੋਂ ਪਹਿਲਾਂ ਉਹਦੀ ਕੰਸੈਂਟ ਲਿੱਤੀ ਜਾਂਦੀ ਹੈ ਔਰ ਜਿਹੜਾ ਬੰਦਾ ਕੰਸੈਂਟ ਦਿੰਦਾ ਉਹ ਪੂਰਾ ਸੋਚ ਸਮਝ ਕੇ ਦਿੰਦਾ ਕਿ ਮੈਂ ਜਿਹੜਾ ਹੈਗਾ ਵਾ ਜਦ ਤੱਕ ਇਹ ਸਰਕਾਰ ਹੈ ਜਾਂ ਜਦ ਤੱਕ ਮੈਂ ਏਜੀ ਹੈਗਾ ਮੈਂ ਕਿਉਂਕਿ ਇਹਦੇ ਚ ਸਿੰਸ ਔਰ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰਨਾ ਹੁੰਦਾ ਇਸ ਕਰਕੇ ਪ੍ਰਾਈਵੇਟ ਕੇਸਿਸ ਦੇ ਵਿੱਚ ਕੁਝ ਜਿਹੜੇ ਗਵਰਨਮੈਂਟ ਦੇ ਖਿਲਾਫ ਹੁੰਦੇ ਨਹੀਂ ਲੈ ਸਕਦੇ ਹੁਣ ਜੋ ਮੇਰੇ ਵਕੀਲ ਭਾਈ ਸਾਹਿਬ ਕਹਿ ਰਹੇ ਸਨ ਮਲਨ ਸਾਹਿਬ ਕਿ ਜੋ ਇੰਗੇਜਮੈਂਟਸ ਉਹਨਾਂ ਦੀਆਂ ਸੀਗੀਆਂ ਕਿਆ 3 ਮਹੀਨੇ ਪਹਿਲਾਂ ਇੰਗੇਜਮੈਂਟਸ ਦਾ ਨਹੀਂ ਸੀ ਪਤਾ ਆਪਾਂ ਨੂੰ ਆਪਾਂ ਸਾਰੇ ਮੈਂ ਵੀ ਐਡਵੋਕੇਟ ਹਾਂ ਸਾਨੂੰ ਵੀ ਪਤਾ ਹੈਗਾ ਸਿੰਘ ਜੀ ਕਿਆ ਉਸ ਵੇਲੇ ਇਹ ਚੀਜ਼ਾਂ ਨਹੀਂ ਸੀਗੀਆਂ ਇਹਦਾ ਸਿੱਧਾ ਕਾਰਨ ਇਹ ਹੈ ਕਿ ਗਵਰਨਮੈਂਟ ਦੇ ਵਿੱਚ ਇੰਨੀ ਕੁ ਇੰਟਰਫੇਰੈਂਸ ਹੈਗੀ ਹੈ ਉਹਨਾਂ ਲੋਕਾਂ ਦੀ ਜਿਹਨਾਂ ਕੋਲ ਕੋਈ ਅਥਾਰਟੀ ਨਹੀਂ ਹੈਗੀ ਔਰ ਉਸੇ ਐਕਸਟਰਾ ਕੰਸਟੀਟਿਊਸ਼ਨਲ ਅਥਾਰਟੀ ਜਿਹੜੀ ਇਸ ਵੇਲੇ ਪੰਜਾਬ 'ਚ ਕੰਮ ਕਰ ਰਹੀ ਹੈ ਉਸ ਤੋਂ ਕੋਈ ਵੀ ਇਮਾਨਦਾਰ ਬੰਦਾ ਜਿਹੜਾ ਕੰਮ ਕਰਨਾ ਚਾਹੁੰਦਾ ਹੈ ਉਹ ਇਹ ਤੋਂ ਹੱਥ ਜੋੜੇਗਾ ਮਾਫੀ ਮੰਗੇਗਾ ਇਹਨਾਂ ਕੋਲੋਂ ਕਿ ਭਾਈ ਸਾਹਿਬ ਤੁਸੀਂ ਕਰ ਲਓ ਕੰਮ ਮੈਂ ਨਹੀਂ ਕਰ ਸਕਦਾ ਇਹੋ ਜਿਹੇ ਹਾਲਾਤਾਂ 'ਚ ਕੰਮ ਔਰ ਇਹੀ ਕੁਝ ਹੋਇਆ ਅਨਮੋਲ ਜੀ ਮੈਂ ਜਾਣਦਾ ਬਹੁਤ ਅੱਛੇ ਐਡਵੋਕੇਟ ਨੇ ਸੀਨੀਅਰ ਐਡਵੋਕੇਟ ਨੇ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ ਔਰ ਉਹਨੇ ਬੜਾ ਠੀਕ ਕੀਤਾ ਰੋਜ਼ ਜਲੀਲ ਹੋਣ ਨਾਲੋਂ ਤਾਂ ਇੱਕ ਵਾਰੀ ਨਸਤੇ ਕਰ ਦਿਓ